सिर्फ 2 किलोमीटर दूर है इंफो सेंटर कुबर पीढ़ी का। तो आ गया जी एक कुबर पीढ़ी का वैलकम साइन। आपां इत्थे खड़दे हाँ, फोटो खिंचते हैं तो फिर आपां अगे जावांगे इंफो सेंटर दे विच। ये फोटो इंटरनेट ते तां बहुत वेखियां सीगियां जदों आपां सर्च कर रहे सी ते पहली वारी आपां देख रहे हैं जी। सो आपां मिलते हैं फोटोग्राफी करन तो बाद। कुबर पीढ़ी विच जी आयां नूं। ਇਹ ਵਿਲੱਖਣ ਬਲੋਅਰ ਟਰੱਕ ਕੁਬਰ ਪੀਡੀ ਦੀ ਪਛਾਣ ਹਨ। ਓਪਲ ਮਾਈਨਿੰਗ ਵਿੱਚ ਵਰਤੇ ਜਾਂਦੇ ਇਹਨਾਂ ਬਲੋਅਰ ਟਰੱਕਾਂ ਦੀ ਖੋਜ ਵੀ ਕੁਬਰ ਪੀਡੀ ਵਾਸੀਆਂ ਵੱਲੋਂ ਹੀ ਕੀਤੀ ਗਈ ਸੀ। ਇਹ ਬਲੋਅਰ ਅਸਲ ਵਿੱਚ ਵੱਡੇ ਵੈਕਿਊਮ ਕਲੀਨਰ ਹਨ ਜੋ ਕਿ ਓਪਲ ਦੀਆਂ ਖਾਣਾਂ ਵਿੱਚੋਂ ਮਿੱਟੀ ਤੇ ਹੋਰ ਮਲਬਾ ਕੱਢਣ ਦੇ ਕੰਮ ਆਉਂਦੇ ਹਨ। ਇਹਨਾਂ ਦਾ ਕੰਮ ਧਰਤੀ ਹੇਠੋਂ ਮਲਬਾ ਖਿੱਚ ਕੇ ਧਰਤੀ ਤੇ ਢੇਰੀ ਕਰਨਾ ਹੁੰਦਾ ਹੈ। ਖਾਣ ਦੇ ਅੰਦਰ ਜਿਵੇਂ ਜਿਵੇਂ ਖੁਦਾਈ ਹੁੰਦੀ ਹੈ, ਮਿੱਟੀ ਤੇ ਮਲਬਾ ਕੱਢਣ ਲਈ ਮੁੱਖ ਪਾਈਪ ਦੇ ਨਾਲ ਹੋਰ ਪਾਈਪਾਂ ਜੋੜੀਆਂ ਜਾਂਦੀਆਂ ਹਨ। ਟਰੱਕ 'ਤੇ ਹੀ ਜਨਰੇਟਰ ਫਿੱਟ ਕੀਤਾ ਹੁੰਦਾ ਹੈ ਜਿਸ ਦੀ ਮਦਦ ਨਾਲ ਮਿੱਟੀ ਤੇ ਮਲਬਾ ਖਾਣ ਦੇ ਅੰਦਰੋਂ ਕੱਢ ਕੇ ਟਰੱਕ 'ਤੇ ਲੱਗੇ ਢੋਲ ਭਾਵ ਹੋਪਰ ਵਿੱਚ ਇਕੱਠਾ ਕੀਤਾ ਜਾਂਦਾ ਹੈ ਤੇ ਮੁੜ ਉਸ ਨੂੰ ਧਰਤੀ 'ਤੇ ਢੇਰੀ ਕਰ ਦਿੱਤਾ ਜਾਂਦਾ ਹੈ। ਇਸ ਤਰੀਕੇ ਦੇ ਬਲੋਅਰ ਦਾ ਮਾਡਲ 1970 ਵਿੱਚ ਮਰੇ ਜੁਆਇੰਟ ਵੱਲੋਂ ਤਿਆਰ ਕੀਤਾ ਗਿਆ। ਕੁਬਰ ਪੀਡੀ ਟਾਊਨ ਦੀ ਐਂਟਰੈਂਸ 'ਤੇ ਜਿੱਥੇ ਇਹ ਆਈਕੋਨਿਕ ਟਰੱਕ ਦਾ ਮਾਡਲ ਲੱਗਿਆ ਹੋਇਆ ਹੈ ਉੱਥੇ ਵੀ ਵੱਡੇ ਮਿੱਟੀ ਦੇ ਢੇਰ ਹਨ। ਮੁੱਖ ਸੜਕ ਤੋਂ ਸੱਜੇ ਪਾਸੇ ਮੁੜਦਿਆਂ ਕੁਝ ਕੁ ਕਿਲੋਮੀਟਰ 'ਤੇ ਹੀ ਕੁਬਰ ਪੀਡੀ ਟਾਊਨ ਆ ਜਾਂਦਾ ਹੈ। ਇੱਕ ਹੋਰ ਮਹੱਤਵਪੂਰਨ ਵਾਰਨਿੰਗ ਇਹ ਵੀ ਹੈ ਕਿ ਕੁਬਰ ਪੀਡੀ ਜਾਂਦਿਆਂ ਰਾਹ ਵਿੱਚ ਸੁੰਨਸਨਾ ਹੈ, ਇਸ ਲਈ ਮੱਲੋ ਮੱਲੀ ਗੱਡੀ ਦੀ ਰੇਸ ਨੱਪੀ ਜਾਂਦੀ ਹੈ। ਇੱਕ ਟੂਰਿਸਟ ਗਾਈਡ ਮੁਤਾਬਕ ਜੇਕਰ 110 ਵਾਲੇ ਜ਼ੋਨ ਵਿੱਚ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਗੱਡੀ ਚਲਾਉਂਦੇ ਫੜੇ ਗਏ ਤਾਂ ਸਿੱਧਾ ਲਾਇਸੈਂਸ ਹੀ ਕੈਂਸਲ ਹੋਵੇਗਾ ਅਤੇ ਜੁਰਮਾਨਾ ਅੱਡ ਹੋਵੇਗਾ। ਵਿਜ਼ਟਰ ਸੈਂਟਰ ਵਿੱਚ ਜਾ ਕੇ ਤੁਸੀਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਪਰ ਜੇਕਰ ਸਾਡਾ ਤਜਰਬਾ ਪੁੱਛਦੇ ਹੋ ਤਾਂ ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਹੀ ਗੂਗਲ ਤੋਂ ਸਾਰੀ ਜਾਣਕਾਰੀ ਇਕੱਠੀ ਕਰ ਲਵੋ। ਵਿਜ਼ਟਰ ਸੈਂਟਰ ਬੰਦ ਹੋਣ ਕਰਕੇ ਜੋ ਹੋਮਵਰਕ ਆਪਾਂ ਕੀਤਾ ਹੋਇਆ ਹੈ ਉਹਦੇ ਮੁਤਾਬਕ ਹੀ ਚੱਲਦੇ ਹਾਂ। ਓਲਡ ਟਾਈਮਰਜ਼ ਮਾਈਨ ਕੁਬਰ ਪੀਡੀ ਦਾ ਮਸ਼ਹੂਰ ਟੂਰਿਸਟ ਅਟਰੈਕਸ਼ਨ ਹੈ। ਇੱਥੇ ਪੁਰਾਣੇ ਸਮੇਂ ਦਾ ਅੰਡਰਗਰਾਊਂਡ ਘਰ ਤੇ ਮਿਊਜ਼ੀਅਮ ਹੈ। ਘੋੜਿਆਂ ਦੁਆਰਾ ਖਿੱਚੀ ਜਾਣ ਵਾਲੀ ਇਹ ਗੱਡੀ ਨੁਮਾ ਮਸ਼ੀਨ ਸੜਕਾਂ ਦੀ ਮੁਰੰਮਤ ਵਿੱਚ ਕੰਮ ਆਉਂਦੀ ਸੀ। ਓਲਡ ਟਾਈਮਰਜ਼ ਮਾਈਨ ਵਿੱਚ ਓਪਲ ਦੇ ਗਹਿਣਿਆਂ ਦੀ ਦੁਕਾਨ ਵੀ ਬਣੀ ਹੋਈ ਹੈ। ਇੱਥੋਂ ਤੁਸੀਂ ਖੂਬਸੂਰਤ ਗਹਿਣੇ ਖਰੀਦ ਸਕਦੇ ਹੋ। ਦੁਕਾਨਾਂ ਤੋਂ ਤੁਸੀਂ ਓਪਲ ਦੀ ਸ਼ੁੱਧਤਾ ਦਾ ਸਰਟੀਫਿਕੇਟ ਵੀ ਲੈ ਸਕਦੇ ਹੋ। ਓਲਡ ਟਾਈਮਰ ਮਾਈਨ ਵਿੱਚ ਹੁਣ ਖੁਦਾਈ ਨਹੀਂ ਹੁੰਦੀ। ਬਹੁਤ ਸਾਲ ਪਹਿਲਾਂ ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ਓਪਲ ਲੱਭਣ ਲਈ ਖੁਦਾਈ ਸ਼ੁਰੂ ਕਰ ਦਿੱਤੀ ਸੀ। ਇਸ ਲਈ ਸਰਕਾਰ ਵੱਲੋਂ ਰਿਹਾਇਸ਼ੀ ਇਲਾਕੇ ਦੀ ਹੱਦ ਨਿਸ਼ਚਿਤ ਕਰ ਦਿੱਤੀ ਗਈ ਅਤੇ ਖੁਦਾਈ 'ਤੇ ਪਾਬੰਦੀ ਲਗਾ ਦਿੱਤੀ ਗਈ। ਓਲਡ ਟਾਈਮਰਜ਼ ਮਾਈਨ ਦੀ ਟਿਕਟ ਵਿੱਚ ਉਸ ਸਮੇਂ ਦਾ ਘਰ, ਖਾਣ ਅਤੇ ਮਿਊਜ਼ੀਅਮ ਵੇਖਣ ਨੂੰ ਮਿਲਦਾ ਹੈ। ਇਹ ਸੈਲਫ ਗਾਈਡਡ ਟੂਰ ਹੁੰਦਾ ਹੈ ਅਤੇ ਉਹ ਤੁਹਾਨੂੰ ਇੱਕ ਪਰਚਾ ਦੇ ਦਿੰਦੇ ਹਨ। ਮਾਈਨ ਦੇ ਅੰਦਰ ਕੁਝ ਖਾਸ ਥਾਵਾਂ 'ਤੇ ਨੰਬਰ ਲਿਖੇ ਹੋਏ ਹਨ। ਪਰਚੇ 'ਤੇ ਛਪੇ ਨੰਬਰ ਸਾਹਮਣੇ ਉਸ ਸਥਾਨ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। « 1918 ਵਿੱਚ ਇਸ ਮਾਈਨ ਵਿੱਚ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਸੀ। ਹੁਣ ਬੇਸ਼ੱਕ ਖਾਣਾ ਅੰਦਰ ਬਿਜਲੀ ਪਹੁੰਚ ਗਈ ਹੈ, ਪਰ ਉਸ ਸਮੇਂ ਇਹ ਉਪਲਬਧ ਨਹੀਂ ਸੀ। ਜਿਵੇਂ ਕਿ ਤੁਸੀਂ ਓਪਲ ਦਾ ਵੱਡਾ ਟੁਕੜਾ ਅੱਜ ਵੀ ਇਸ ਕੰਧ ਵਿੱਚ ਵੇਖ ਸਕਦੇ ਹੋ, ਪਰ ਇਹ ਕੱਢਿਆ ਨਹੀਂ ਸੀ ਗਿਆ। ਇਸ ਦਾ ਕਾਰਨ ਇਹ ਸੀ ਕਿ ਜਦੋਂ ਕਿਸੇ ਢਿੱਗ ਡਿੱਗਣ ਦੇ ਖਤਰੇ ਬਾਰੇ ਅਹਿਸਾਸ ਹੁੰਦਾ ਤਾਂ ਉੱਥੋਂ ਖੁਦਾਈ ਬੰਦ ਕਰ ਦਿੱਤੀ ਜਾਂਦੀ ਸੀ। ਖਾਣ ਦੇ ਅੰਦਰ ਧਰਤੀ ਵਿੱਚ ਇੰਜ ਕੀਤੇ ਮੋਰਿਆਂ ਦੇ ਜ਼ਰੀਏ ਉਤਰਿਆ ਜਾਂਦਾ ਸੀ। ਖਾਣਾ ਅੰਦਰ ਕਈ ਥਾਂ 'ਤੇ ਸਿੱਪੀਆਂ ਵੀ ਮਿਲਦੀਆਂ ਹਨ ਜਿਹੜੀਆਂ ਇਸ ਗੱਲ ਦੀਆਂ ਗਵਾਹ ਹਨ ਕਿ ਮਿਲੀਅਨਸ ਆਫ ਈਅਰ ਪਹਿਲਾਂ ਇਹਨਾਂ ਥਾਵਾਂ 'ਤੇ ਸਮੁੰਦਰ ਸੀ ਜਿੱਥੇ ਹੁਣ ਧਰਤੀ ਹੈ। ਇੱਕ ਮਜ਼ਦੂਰ ਕੋਲ 2 ਬਕਟਾਂ ਹੁੰਦੀਆਂ ਸੀ, ਇੱਕ ਵਿੱਚ ਮਲਬਾ ਭਰ ਕੇ ਉੱਪਰ ਖਿੱਚਿਆ ਜਾਂਦਾ ਅਤੇ ਦੂਜੀ ਵਿੱਚ ਮਲਬਾ ਭਰਿਆ ਜਾਂਦਾ ਸੀ। ਖਾਣਾ ਅੰਦਰ ਵਿਸਫੋਟਕ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਵਿਸਫੋਟਕ ਪਦਾਰਥ ਕੰਧਾਂ ਵਿੱਚ ਭਰਨ ਲਈ
ਇਹਨਾਂ ਔਜ਼ਾਰਾਂ ਦੀ ਮਦਦ ਨਾਲ ਮੋਹਰੇ ਕੀਤੇ ਜਾਂਦੇ ਸਨ। ਵਿਸਫੋਟ ਕਰਨ ਲਈ ਇਹ ਵਸਤੂਆਂ ਕੰਮ ਵਿੱਚ ਆਉਂਦੀਆਂ ਸਨ। ਟੂਰਿਸਟਾਂ ਲਈ ਮਿਊਜ਼ੀਅਮ ਅੰਦਰ ਓਪਲ ਦੇ ਪੁਰਾਣੇ ਟੁਕੜੇ ਵੀ ਰੱਖੇ ਗਏ ਹਨ। ਇਸ ਮਾਈਨ ਵਿੱਚੋਂ ਕਰੀਬ 100 ਸਾਲ ਪਹਿਲਾਂ ਓਪਲ ਦਾ ਇਹ ਪੈਕੇਟ ਮਿਲਿਆ ਸੀ, ਜਿਹਦੀ ਕੀਮਤ $50,000 ਸੀ। ਉਸ ਵੇਲੇ ਦੀ ਡੈਂਟਿਸਟ ਚੇਅਰ ਵੀ ਮਿਊਜ਼ੀਅਮ ਵਿੱਚ ਪਈ ਹੈ। ਵੱਖ-ਵੱਖ ਕਿਸਮ ਦੇ ਕੀੜੇ ਮਕੌੜੇ ਤੇ ਸੱਪ ਵੀ ਸੁਰੱਖਿਅਤ ਤੌਰ ਤੇ ਇਸ ਮਿਊਜ਼ੀਅਮ ਵਿੱਚ ਰੱਖੇ ਗਏ ਹਨ। ਆਓ ਵੇਖੀਏ ਕਿ 1920 ਵਿੱਚ ਮਾਈਨਰ ਖਾਣਾ ਅੰਦਰ ਕਿਵੇਂ ਰਿਹਾ ਕਰਦੇ ਸਨ। ਉਹਨਾਂ ਲਈ ਕੋਲੇ ਵਾਲੀਆਂ ਪ੍ਰੈਸਾਂ, ਲਾਲਟਣਾ, ਬੈੱਡ, ਸ਼ੀਸ਼ੇ, ਸਿਲਾਈ ਮਸ਼ੀਨ ਤੇ ਕਿਚਨ ਵਿੱਚ ਭਾਂਡਿਆਂ ਦਾ ਪੂਰਾ ਇੰਤਜ਼ਾਮ ਹੁੰਦਾ ਸੀ। ਇਹ ਦ੍ਰਿਸ਼ 2 ਬੈੱਡਰੂਮ ਵਾਲੇ ਘਰ ਦੇ ਹਨ, ਜੋ ਕਿ ਓਲਡ ਟਾਈਮਰਜ਼ ਮਾਈਨ ਦੇ ਅੰਦਰ ਸੀ। ਇੱਥੇ ਟਾਇਲਟ ਤੇ ਬਾਥ ਟੱਬ ਦਾ ਵੀ ਇੰਤਜ਼ਾਮ ਸੀ। ਉਹਨਾਂ ਦੇ ਬੱਚਿਆਂ ਲਈ ਅਲੱਗ ਕਮਰਾ ਸੀ ਤੇ ਉਹਨਾਂ ਬੱਚਿਆਂ ਦੇ ਖਿਡੌਣੇ ਅੱਜ ਤੱਕ ਇੱਥੇ ਹੀ ਹਨ। ਵੇਖੋ, ਓਪਲ ਦਾ ਕਿੱਡਾ ਵੱਡਾ ਟੁਕੜਾ ਅਜੇ ਵੀ ਮੌਜੂਦ ਹੈ। ਇਹ ਹੈ ਜੀ ਉਸ ਵੇਲੇ ਦਾ ਡਾਕਘਰ ਤੇ ਡਾਕੀਏ ਦਾ ਸਾਈਕਲ। ਓਲਡ ਟਾਈਮਰ ਮਾਈਨਸ ਦਾ ਤਜਰਬਾ ਬਹੁਤ ਵਧੀਆ ਰਿਹਾ ਤੇ ਹੁਣ ਆਪਾਂ ਚੱਲਦੇ ਹਾਂ ਅੰਡਰਗਰਾਊਂਡ ਮੋਟਲ ਵਿੱਚ, ਜਿੱਥੇ ਕਿ ਆਪਾਂ ਰੂਮ ਬੁੱਕ ਕਰਵਾਇਆ ਹੋਇਆ ਹੈ। ਕਿਸੇ ਟਾਈਮ ਅਸਲ 'ਚ ਇਹ ਮਾਈਨ ਹੋਇਆ ਕਰਦੀ ਸੀ, ਪਰ ਬਾਅਦ ਵਿੱਚ ਇਸ ਨੂੰ ਲੋੜੀਂਦੀਆਂ ਤਬਦੀਲੀਆਂ ਕਰਕੇ ਮੋਟਲ ਵਿੱਚ ਬਦਲ ਦਿੱਤਾ ਗਿਆ। ਇਹ ਹੈ ਜੀ ਆਪਣਾ ਅੰਡਰਗਰਾਊਂਡ ਕਮਰਾ। ਬਾਹਰੋਂ ਵੇਖਣ ਨੂੰ ਅੰਡਰਗਰਾਊਂਡ ਘਰ ਤੇ ਮੋਟਲ ਇੰਝ ਮਿੱਟੀ ਦੇ ਢੇਰਾਂ ਦੇ ਰੂਪ ਵਿੱਚ ਜਾਪਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਅੰਦਰ ਸਾਹ ਨਹੀਂ ਘੁੱਟਦਾ? ਇਸ ਲਈ ਤੁਸੀਂ ਉੱਪਰ ਪਾਈਪਾਂ ਨੂੰ ਵੇਖੋ, ਇਹ ਹਵਾ ਲਈ ਹਨ। ਮੋਟਲ ਵਿੱਚ ਚੈੱਕ ਇਨ ਕਰ ਦਿੱਤਾ ਹੈ। ਆਓ ਚੱਲੀਏ ਹੁਣ ਆਪਾਂ ਗੇੜੀ ਲਾਉਣ ਵਾਸਤੇ। ਆਪਾਂ ਪਹੁੰਚ ਗਏ ਹਾਂ ਜੀ ਕੂਬਰ ਪੀਡੀ ਦੇ ਅੰਡਰਗਰਾਊਂਡ ਚਰਚ ਵਿੱਚ। ਸ਼ਾਮ ਹੋ ਚੁੱਕੀ ਹੈ ਤੇ ਆਪਾਂ ਆਏ ਹਾਂ ਇੱਕ ਹੋਰ ਮਾਈਨ ਵੇਖਣ ਲਈ। ਇਹ ਗਾਈਡਡ ਟੂਰ ਹੈ। ਬੱਚਿਆਂ ਲਈ ਇੱਥੇ ਕਾਫੀ ਵਧੀਆ ਜਾਣਕਾਰੀ ਹੈ, ਪਰ ਜਿਹੜੇ ਆਪਣੇ ਵਰਗੇ ਲੋਕ ਹਨ, ਆਪਣੇ ਏਜ ਗਰੁੱਪ ਵਿੱਚ ਹਨ, ਉਹਨਾਂ ਨੂੰ ਜਾਪਦਾ ਹੈ ਕਿ ਕਿਤੇ ਨਾ ਕਿਤੇ ਇਸ ਜਾਣਕਾਰੀ ਨੂੰ ਬਹੁਤ ਲੰਬਾ ਖਿੱਚਿਆ ਗਿਆ ਹੈ। ਅਗਲਾ ਦਿਨ ਚੜ੍ਹ ਚੁੱਕਿਆ ਹੈ। ਆਪਾਂ ਮੋਟਲ ਵਿੱਚੋਂ ਚੈੱਕ ਆਊਟ ਕਰ ਦਿੱਤਾ ਹੈ ਤੇ ਇਹ ਹੈ ਕੂਬਰ ਪੀਡੀ ਤੇ ਪੰਛੀ ਝਾਤ।
ਇੱਥੇ ਵਧੇਰੇ ਕਰਕੇ ਘਰ ਅੰਡਰਗਰਾਊਂਡ ਹਨ। ਜੇਕਰ ਤੁਸੀਂ ਮੇਰੀਆਂ ਪਹਿਲੀਆਂ ਵੀਡੀਓਜ਼ ਵੇਖੀਆਂ ਹੋਣ ਤਾਂ ਕੰਪੈਰੀਜ਼ਨ ਵਿੱਚ ਜਾਪਦਾ ਹੀ ਨਹੀਂ ਕਿ ਇਹ ਆਸਟ੍ਰੇਲੀਆ ਦਾ ਹੀ ਇੱਕ ਟਾਊਨ ਹੈ। ਇਹ ਪਾਈਪਾਂ ਹਵਾ ਲਈ ਅਤੇ ਟਾਇਲਟਸ ਵਾਸਤੇ ਹਨ। ਲੋਕਾਂ ਨੇ ਸਪਲਿਟ 에ਅਰ ਕੰਡੀਸ਼ਨਰ ਵੀ ਫਿੱਟ ਕੀਤੇ ਹੋਏ ਹਨ। ਇਸ ਇਲਾਕੇ ਵਿੱਚ ਥਾਂ ਥਾਂ ਇੰਜ ਕਾਰਾਂ ਤੇ ਟਾਇਰਾਂ ਦੇ ਡੰਪ ਮਿਲਦੇ ਹਨ। ਆਪਾਂ ਆ ਚੁੱਕੇ ਹਾਂ ਜੀ ਆਪਣੇ ਟੂਰਿਸਟ ਅਟਰੈਕਸ਼ਨ ਦੇ ਅਗਲੇ ਪੜਾਅ 'ਤੇ ਫੇਜ਼ ਅੰਡਰਗਰਾਊਂਡ ਹੋਮ ਵਿੱਚ। ਇਸ ਘਰ ਦੇ 6 ਕਮਰੇ ਹਨ। ਇਸ ਘਰ ਨੂੰ 3 ਔਰਤਾਂ ਨੇ ਆਪ ਹੱਥੀਂ ਖੁਦਾਈ ਕਰਕੇ 10 ਸਾਲਾਂ ਵਿੱਚ ਬਣਾਇਆ ਸੀ। ਬਹੁਤ ਹੀ ਵਧੀਆ ਕਿਚਨ ਤੇ ਖੂਬਸੂਰਤ ਬੈੱਡਰੂਮ ਹਨ। ਕਿਚਨ ਵਿੱਚ ਪੁਰਾਤਨ ਸਮੇਂ ਦੇ ਭਾਂਡੇ ਤੇ ਓਵਨ ਅਜੇ ਤੱਕ ਮੌਜੂਦ ਹੈ। ਆਧੁਨਿਕ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਇਸ ਘਰ ਵਿੱਚ ਪੂਰੀਆਂ ਹੁੰਦੀਆਂ ਹਨ। ਪੁਰਾਣੇ ਵੇਲੇ ਦੀਆਂ ਖਾਲੀ ਤੇ ਭਰੀਆਂ ਬੋਤਲਾਂ ਅਜੇ ਤੱਕ ਇੱਥੇ ਪਈਆਂ ਹਨ। ਇਹ ਹਨ ਉਹ 3 ਸਹੇਲੀਆਂ ਜਿਨ੍ਹਾਂ ਨੇ ਇਹ ਘਰ ਬਣਾਇਆ। ਇਹ ਉਹਨਾਂ ਔਰਤਾਂ ਦਾ ਬਾਰ ਹੈ। ਇਸ ਘਰ ਵਿੱਚ ਵਧੇਰੇ ਕਰਕੇ ਫਰਨੀਚਰ ਵੀ ਪੁਰਾਣਾ ਤੇ ਓਰੀਜਨਲ ਹਾਲਤ ਵਿੱਚ ਹੀ ਹੈ। ਸਵਿਮਿੰਗ ਪੂਲ ਵਾਲਾ ਇਹ ਏਰੀਆ ਬਾਅਦ ਵਿੱਚ ਬਣਾਇਆ ਗਿਆ। ਇਹ ਕਾਲੀਨ ਵੀ ਸਪੈਸ਼ਲ ਦੱਸਿਆ ਗਿਆ। ਇਹ 5 ਜਾਨਵਰਾਂ ਦੀ ਖੱਲ ਨਾਲ ਬਣਾਇਆ ਗਿਆ ਹੈ। ਇਸ ਘਰ ਦੇ ਥੱਲੇ ਉਹਨਾਂ ਦੀ ਮਲਕੀਅਤ ਦੀ ਬੰਦ ਹੋ ਚੁੱਕੀ ਓਪਲ ਮਾਈਨ ਵੀ ਹੈ ਤੇ ਮਾਈਨ ਦੇ ਅੰਦਰ ਜਾਣ ਲਈ ਇਹ ਹੈ ਮੁੱਖ ਦਰਵਾਜ਼ਾ। ਜਦੋਂ ਮਾਈਨ ਚੱਲਦੀ ਸੀ ਤਾਂ ਉਸ ਵੇਲੇ ਦੇ ਮਜ਼ਦੂਰਾਂ ਦੇ ਹਾਰਡ ਹੈਟ ਅਜੇ ਤੱਕ ਇੱਥੇ ਹੀ ਪਏ ਹਨ। ਓਲਡ ਟਾਈਮਰਜ਼ ਮਾਈਨ ਵਿੱਚ ਵਧੇਰੇ ਕਰਕੇ ਖੁਦਾਈ ਹੱਥਾਂ ਨਾਲ ਕੀਤੀ ਜਾਂਦੀ ਸੀ, ਜਦੋਂ ਕਿ ਇਸ ਮਾਈਨ ਵਿੱਚ ਖੁਦਾਈ ਵਿੱਚ ਮੁੱਖ ਤੌਰ 'ਤੇ ਮਸ਼ੀਨਾਂ ਦਾ ਉਪਯੋਗ ਕੀਤਾ ਗਿਆ। ਇਸ ਮਸ਼ੀਨ ਦੀ ਮਦਦ ਨਾਲ ਮਲਬਾ ਤੇ ਮਿੱਟੀ ਉੱਪਰ ਪਹੁੰਚਾਈ ਜਾਂਦੀ ਸੀ ਤੇ ਇਸ ਮਸ਼ੀਨ ਨਾਲ ਖੁਦਾਈ ਕੀਤੀ ਜਾਂਦੀ ਰਹੀ ਹੈ। ਓਪਲ ਲੱਭਣ ਲਈ ਖਾਸ ਕਿਸਮ ਦੀ ਨੀਲੀ ਲਾਈਟ ਦੀ ਮਦਦ ਲਈ ਜਾਂਦੀ ਹੈ। ਓਪਲ ਇਸ ਲਾਈਟ ਵਿੱਚ ਚਮਕਦਾ ਹੈ। ਖਾਣਾ ਵਿੱਚ ਪਾਣੀ ਵੀ ਹੋ ਸਕਦਾ ਹੈ, ਇਸ ਲਈ ਖਾਸ ਕਿਸਮ ਦੀਆਂ ਇਹ 2 ਸਲਾਖਾਂ ਵਰਤੀਆਂ ਜਾਂਦੀਆਂ ਹਨ। ਜਿਵੇਂ ਜਿਵੇਂ ਤੁਸੀਂ ਪਾਣੀ ਦੇ ਨੇੜੇ ਜਾਂਦੇ ਹੋ, ਇਹ ਸਲਾਖਾਂ ਆਪਣੇ ਆਪ ਵਿੱਚ ਇੱਕ ਦੂਜੇ ਨੂੰ ਕ੍ਰਾਸ ਕਰ ਜਾਂਦੀਆਂ ਹਨ। ਫਿਰ ਜਦੋਂ ਤੁਸੀਂ ਪਾਣੀ ਤੋਂ ਦੂਰ ਜਾਂਦੇ ਹੋ ਤਾਂ ਸਲਾਖਾਂ ਵੀ ਇੱਕ ਦੂਜੇ ਤੋਂ ਦੂਰ ਹੋ ਜਾਂਦੀਆਂ ਹਨ। ਜਿੱਥੇ ਪਾਣੀ ਹੁੰਦਾ ਹੈ ਉੱਥੇ ਖੁਦਾਈ ਨਹੀਂ ਕੀਤੀ ਜਾਂਦੀ। ਆਪਾਂ ਪਹੁੰਚ ਚੁੱਕੇ ਹਾਂ ਓਮੂਨਾ ਓਪਲ ਮਾਈਨ ਐਂਡ ਮਿਊਜ਼ੀਅਮ ਵਿੱਚ। ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੂੰ ਓਬਰੀਜਨਲ ਕਿਹਾ ਜਾਂਦਾ ਹੈ। ਇਸ ਮਿਊਜ਼ੀਅਮ ਵਿੱਚ ਓਬਰੀਜਨਲ ਕਲਚਰ ਨੂੰ ਦਰਸਾਉਂਦੀਆਂ ਵਸਤੂਆਂ ਪਈਆਂ ਹਨ। ਇੱਥੇ ਮਾਈਨਿੰਗ ਨਾਲ ਜੁੜੀਆਂ ਤਸਵੀਰਾਂ ਤੇ ਜਾਣਕਾਰੀਆਂ ਵੀ ਮਿਲਦੀਆਂ ਹਨ। ਆਪਾਂ ਇੱਥੇ ਪਹੁੰਚਦੇ ਲੇਟ ਹੋ ਗਏ ਹਾਂ ਤੇ ਗਾਈਡਡ ਟੂਰ ਸ਼ੁਰੂ ਹੋ ਚੁੱਕਿਆ ਹੈ। ਹੁਣ ਆਪਾਂ ਉਸ ਟੂਰ ਦਾ ਹਿੱਸਾ ਨਹੀਂ ਬਣ ਸਕਦੇ, ਸੋ ਕੁਝ ਸਮਾਂ ਇੱਥੇ ਬਿਤਾਉਂਦੇ ਹਾਂ ਤੇ ਫਿਰ ਨਿਕਲਦੇ ਹਾਂ। ਇੱਥੇ ਵੀ ਪੱਥਰਾਂ ਵਿੱਚ ਸਿੱਪੀਆਂ ਮਿਲਦੀਆਂ ਹਨ ਜੋ ਕਿ 120 ਮਿਲੀਅਨ ਸਾਲ ਪਹਿਲਾਂ ਇੱਥੇ ਸਮੁੰਦਰ ਹੋਣ ਦਾ ਪ੍ਰਮਾਣ ਹਨ। ਇਹ ਵਲੌਗ ਖਤਮ ਕਰਨ ਤੋਂ ਪਹਿਲਾਂ ਇੱਕ ਭਲਵਾਨੀ ਗੇੜਾ ਮਾਰਦੇ ਹਾਂ ਕੂਬਰ ਪੀਡੀ ਦੀਆਂ ਗਲੀਆਂ ਵਿੱਚ। ਬੇਸ਼ੱਕ ਤੁਹਾਨੂੰ ਸਕਰੀਨ 'ਤੇ ਸਿਰਫ ਮਿੱਟੀ ਦੇ ਢੇਰ ਨਜ਼ਰ ਆ ਰਹੇ ਹਨ, ਪਰ ਇਹ ਸਾਰਾ ਰਿਹਾਇਸ਼ੀ ਇਲਾਕਾ ਹੈ, ਲੋਕਾਂ ਦੇ ਘਰ ਹਨ। ਗੱਡੀ ਰੋਕ ਕੇ ਤੁਹਾਨੂੰ ਇੱਕ ਨਜ਼ਰ ਕਿਸੇ ਦੇ ਘਰ ਦੀ ਵਿਖਾਉਂਦੇ ਹਾਂ। ਇਹ ਕਿਸੇ ਘਰ ਦੀ ਮੁੱਖ ਐਂਟਰੀ ਹੈ।
ਇਹ ਹੈ ਕੂਬਰ ਪੀੜੀ ਦੀ ਇੱਕ ਗਲੀ ਜਿੱਥੋਂ ਦੀ ਆਪਾਂ ਲੰਘ ਰਹੇ ਹਾਂ। ਵੇਖਣ ਨੂੰ ਇਹ ਕੋਈ ਪਈ ਜਾਪਦੀ ਹੈ। ਗਲੀਆਂ ਵਿੱਚ ਘੁੰਮਣ ਦੀ ਬਜਾਏ ਉਚਾਈ 'ਤੇ ਖੜ੍ਹੇ ਹੋ ਕੇ ਰਿਹਾਇਸ਼ਾਂ ਬਾਰੇ ਵਧੇਰੇ ਸਪਸ਼ਟ ਪਤਾ ਲੱਗਦਾ ਹੈ। ਇਸ ਵਲੌਗ ਨੂੰ ਖ਼ਤਮ ਕਰਦੇ ਹਾਂ ਇੱਥੇ ਹੀ, ਅਤੇ ਕੱਲ੍ਹ ਨੂੰ ਮਿਲਦੇ ਹਾਂ ਨਵੀਂ ਜਾਣਕਾਰੀ ਦੇ ਨਾਲ। ਅਤੇ ਅੰਤ ਵਿੱਚ ਚੈਨਲ ਸਬਸਕ੍ਰਾਈਬ ਕਰਨ, ਲਾਈਕ ਅਤੇ ਸ਼ੇਅਰ ਦੀ ਬੇਨਤੀ। ਸਤਿ ਸ੍ਰੀ ਅਕਾਲ।